वाहिगुरु जी का खालसा वाहिगुरु जी की फतेह। गुरु प्यारे गुरु सवारी साध संगत आप जुड़ चुके हो इस शाम की गुरमत क्लास विच, जिस विच आपां धन सतगुरु श्री गुरु अर्जन देव महाराज जी की पावन बाणी श्री सुखमनी साहिब की संथਿਆ ते विचार करते हैं। सतगुरां की रहमत सदका आपां 7ਵੀਂ अष्टपदी ਦੀ ਕੱਲ ਆਰੰਭਤਾ ਕੀਤੀ ਸੀ। ਸ਼ਲੋਕ ਅਤੇ 4 ਪਦੇ ਇਸ ਅਸ਼ਟਪਦੀ ਦੇ ਆਪਾਂ ਸੰਥਿਆ ਤੇ ਵਿਚਾਰ ਕਰ ਚੁੱਕੇ ਹਾਂ। ਅੱਜ 5ਵਾਂ ਪਦਾ ਆਪਾਂ ਆਰੰਭ ਕਰਨਾ ਹੈ। ਸੋ ਆਪ ਜਿੰਨੇ ਵੀ ਜੁੜ ਚੁੱਕੇ ਹੋ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਆਪਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰ ਕੇ ਇਸ ਪਾਵਨ ਬਾਣੀ ਦੀ ਸੰਥਿਆ ਦੀ ਆਰੰਭਤਾ ਕਰੀਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਾਧ ਕੈ ਸੰਗ ਸਭ ਕੁਲ ਉਧਾਰੈ। ਮਹਾਰਾਜ ਕਹਿੰਦੇ ਭਾਈ ਜਿਹੜਾ ਮਨੁੱਖ ਸੰਗਤ ਕਰਦਾ ਹੈ ਨਾ ਸਾਧੂਆਂ ਦੀ, ਜਿਹੜਾ ਗੁਰੂ ਦੇ ਪਿਆਰਿਆਂ ਦੀ, ਸੇਵਕਾਂ ਦੀ, ਗੁਰਮੁਖ ਜਨਾਂ ਦੀ, ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਕਰਦਾ ਹੈ, ਸਾਧ ਕੇ ਸੰਗ ਸਭ ਕੁਲ ਉਧਾਰੈ। ਉਹਦੇ ਸਾਰਾ ਕੁਲ ਜਿਹੜਾ ਨਾ ਉਹਦੇ ਕੁਲਾਂ ਦਾ ਉਧਾਰ ਹੋ ਜਾਂਦਾ ਹੈ। ਜਿਹੜਾ ਮਨੁੱਖ ਸਾਧ ਸੰਗਤ ਕਰਦਾ ਤੇ ਕੁਲਾਂ ਦਾ ਉਧਾਰ ਹੋ ਜਾਂਦਾ ਹੈ। ਸਾਧ ਸੰਗ ਮੀਤ ਕੁਟੰਬ ਨਿਸਤਾਰੈ। ਮਾਰੇ ਕਹਿੰਦੇ ਭਾਈ ਜਿਹੜਾ ਸਾਧ ਸੰਗਤ ਕਰਦਾ, ਸਾਧ ਸੰਗਤ ਦੇ ਵਿੱਚ ਜਾਂਦਾ ਹੈ, ਉਹ ਆਪ ਦੇ ਧਰਦਾ ਹੀ ਧਰਦਾ ਹੈ, ਆਪਣੀ ਕੁੱਲ ਜਿਹੜੀ ਉਹਦਾ ਉਧਾਰ ਕਰ ਲੈਂਦਾ। ਫਿਰ ਜਿਹੜੇ ਸੱਜਣ ਮਿੱਤਰ ਹੁੰਦੇ ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਫਿਰ ਉਹਦੇ ਮਿੱਤਰ ਜਿਹੜੇ ਹੁੰਦੇ ਆ ਉਹਨਾਂ ਦਾ ਉਧਾਰ ਹੁੰਦਾ, ਤੇ ਕੁਟੰਬ ਜਿਹੜਾ ਦਾ ਪਰਿਵਾਰ ਹੁੰਦਾ ਉਹਨਾਂ ਦਾ ਨਿਸਤਾਰਾ ਹੋ ਜਾਂਦਾ, ਉਹ ਵੀ ਤਰ ਜਾਂਦੇ। ਜਿਹੜਾ ਮਨੁੱਖ ਸਾਧ ਸੰਗਤ ਜਾਂਦਾ ਉਹਦਾ ਵੀ ਉਧਾਰ ਹੁੰਦਾ ਹੈ, ਆਪ ਵੀ ਉਹ ਤਰਦਾ ਹੀ ਤਰਦਾ ਹੈ, ਕਿਉਂਕਿ ਸ਼ੌਹਰ ਹੈ, ਪੱਕਾ ਹੈ, ਉਹਨੇ ਤਰਨਾ ਹੈ। ਪਰ ਜਿਹੜੇ ਉਹਦੇ ਸੱਜਣ ਮਿੱਤਰ ਹੁੰਦੇ ਆ, ਜਿਹੜੇ ਉਹਦਾ ਪਰਿਵਾਰ ਹੁੰਦਾ ਹੈ, ਉਹ ਵੀ ਨਿਸਤਾਰਾ, ਉਹਨਾਂ ਦਾ ਵੀ ਨਿਸਤਾਰਾ ਹੋ ਜਾਂਦਾ। ਉਹ ਆਪ ਵੀ ਜਪਦਾ ਤੇ ਉਹਨਾਂ ਨੂੰ ਵੀ ਜਪਣ ਦੀ ਚਿਟਕ ਲਾਉਂਦਾ, ਆਪ ਵੀ ਜਪਣਾ ਸ਼ੁਰੂ ਕਰ ਦਿੰਦਾ ਸਾਧ ਸੰਗਤ ਵਿੱਚ ਜਾ ਕੇ। ਤੇ ਫਿਰ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਕਹਿੰਦਾ ਕਿ ਭਾਈ ਮੈਂ ਵੀ ਜਪਣ ਲੱਗ ਪਿਆ, ਆਓ ਸੰਗਤ 'ਚ ਚਲੀਏ। ਫਿਰ ਉਹਨਾਂ ਦਾ ਵੀ ਨਿਸਤਾਰਾ ਹੁੰਦਾ, ਪਰਿਵਾਰ ਦੇ ਨਾਲ ਫਿਰ ਜਪਦਾ ਬਹਿ ਕੇ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਮਾਰੇ ਕਹਿੰਦੇ ਆ ਸਾਧ ਸੰਗਤ ਦੇ ਵਿੱਚ ਆ ਕੇ ਸਾਧੂ ਕੈ ਸੰਗ, ਸਾਧੂਆਂ ਦੇ ਸਨ ਉਹ ਧਨ ਨਾਮ ਰੂਪੀ ਧਨ ਪ੍ਰਾਪਤ ਹੋ ਜਾਂਦਾ ਹੈ ਮਨੁੱਖ ਨੂੰ, ਜਿਸ ਧਨ ਤੇ ਸਭ ਕੋ ਵਰਸਾਵੇ। ਜਿਸ ਧਨ ਦੇ ਨਾਲ ਸਾਰਾ ਪਰਿਵਾਰ, ਸਾਰੇ ਜੀਵ, ਸਾਰੇ ਇਹਨੂੰ ਜਾਣਨ ਵਾਲੇ ਜਿਸ ਧਨ ਤੋਂ ਲਾਹਾ ਲੈਂਦੇ ਹਨ। ਜਿਸ ਧਨ ਤੇ ਸਭ ਕੋ ਵਰਸਾਵੇ, ਜਿਸ ਧਨ ਦੇ ਨਾਲ ਸਾਰੇ ਪਿਆਰੇ ਜਿਹੜੇ ਉਹਦੇ ਨੇੜੇ ਰਹਿਣ ਵਾਲੇ, ਵਸਣ ਵਾਲੇ, ਉਹ ਵੀ ਉਹਦਾ ਲਾਹਾ ਲੈਂਦੇ। ਕੋਈ ਮਨੁੱਖ ਆਪ ਬਾਣੀ ਪੜ੍ਹਨ ਵਾਲਾ ਹੋਵੇ, ਉਹ ਸਾਰਿਆਂ ਨੂੰ ਫਿਰ ਪ੍ਰੇਰਦਾ ਕਿ ਭਾਈ ਮੈਂ ਬਾਣੀ ਪੜ੍ਹਦਾ, ਤੁਸੀਂ ਵੀ ਪੜ੍ਹੋ। ਉਹ ਸਾਰਿਆਂ ਨੂੰ ਪ੍ਰੇਰਿਤ ਕਰਦਾ ਸੰਗਤ ਵਾਸਤੇ। ਸਾਧੂ ਕੈ ਸੰਗ ਸੋ ਧਨ ਪਾਵੇ, ਜਿਹੜਾ ਨਾਮ ਦਾ ਧਨ ਆਪ ਨੂੰ ਮਿਲਿਆ ਹੁੰਦਾ ਫਿਰ ਉਹ ਸਾਰਿਆਂ ਦੇ ਵਿੱਚ ਵਰਤਾਉਂਦਾ ਤੇ ਸਾਰੇ ਵਰਸਾਵੇ, ਸਾਰੇ ਹੀ ਉਹਨੂੰ ਵਰਤਦੇ ਉਸ ਧਨ ਨੂੰ, ਨਾਮ ਰੂਪੀ ਧਨ। ਸਾਧੂ ਕੈ ਸੰਗ ਸੋ ਧਨ ਪਾਵੇ, ਉਹ ਧਨ ਪ੍ਰਾਪਤ ਹੁੰਦਾ ਸਾਧੂਆਂ ਦੀ ਸੰਗਤ ਤੋਂ, ਜਿਸ ਧਨ ਦੇ ਨਾਲ ਆਪ ਵੀ ਮਨੁੱਖ ਉਹਨੂੰ ਵਰਤਦਾ ਹੈ ਤੇ ਦੂਸਰੇ ਵੀ ਉਸ ਧਨ ਨੂੰ ਵਰਤਦੇ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ। ਸਤਿਗੁਰ ਕਹਿੰਦੇ ਭਾਈ ਜਿਹੜਾ ਮਨੁੱਖ ਸਾਧ ਸੰਗਤ ਕਰਦਾ ਨਾ, ਪਰਲੋਕ ਵਿੱਚ ਜਿਹੜੇ ਧਰਮ ਰਾਏ ਹੈ, ਜਿਹੜਾ ਧਰਮ ਰਾਜਾ ਬਿਠਾਇਆ ਸਾਰਿਆਂ ਜੀਵਾਂ ਦੇ ਲੇਖੇ ਕਰਨ ਵਾਸਤੇ, ਜੋ ਧਰਮ ਰਾਜਾ ਬੈਠਾ ਹੋਇਆ, ਮਾਰੇ ਕਹਿੰਦੇ ਸਾਧ ਸੰਗਤ ਧਰਮ ਰਾਏ ਕਰੇ ਸੇਵਾ। ਉਹ ਵੀ ਮਨੁੱਖ ਦੀ ਸੇਵਾ ਕਰਦਾ ਜਿਹੜਾ ਸਾਧ ਸੰਗਤ ਕਰਦਾ, ਉਹਨੂੰ ਵੀ ਆਦਰ ਦਿੰਦਾ ਕਿ ਆਓ ਮਹਾਂਪੁਰਖੋ ਤੁਸੀਂ ਦਰਗਾਹ ਦੇ ਵਿੱਚ, ਪਰਲੋਕ ਦੇ ਵਿੱਚ ਆਏ ਹੋ। ਉਹਨਾਂ ਦਾ ਵੀ ਮਾਣ ਸਤਿਕਾਰ ਧਰਮ ਰਾਏ ਕਰਦਾ, ਉਹਨਾਂ ਦੀ ਸੇਵਾ 'ਚ ਲੱਗਾ ਰਹਿੰਦਾ ਹਰ ਵੇਲੇ। ਜਿਹੜੇ ਮਨੁੱਖ ਸੰਗਤ ਕਰਦੇ ਤੇ ਜਿਹੜੇ ਪਾਪ ਕਰਦੇ ਆ, ਉਹਨਾਂ ਦੇ ਗਲਾਂ ਦੇ ਵਿੱਚ ਤੇ ਰੱਸੇ ਪਾ ਕੇ ਇਹਨਾਂ ਨੂੰ ਧੋਇਆ ਜਾਂਦਾ। ਗਲ ਸੰਗਲ ਘੱਤ ਚਲਾਇਆ, ਉਹਨਾਂ ਦੇ ਗਲਾਂ 'ਚ ਸੰਗਲ ਪਾਏ ਜਾਂਦੇ।
पर महाराज कहते आ भाई जिहड़ा संगत करता है ना ਉਹਦਾ धर्म राजा भी ਉਹਦੇ ਅੱਗੇ हथ बन के खलो ਜਾਂਦਾ कि महाराज आओ ਤੁਸੀਂ ਸਾਨੂੰ सेवा दसो की सेवा ਤੁਸੀਂ की सेवा करानी है सानू दसो आप की ਕਰਨ वास्ते ਸਾਡੇ ਕੋਲ ਆਏ ਹੋ। इस तरह दोवें हथ जोड़ के धर्म राजा भी उन्होंने सामने खड़ जाता। साध के संग शोभा सुर देवा, फिर उस मनुख की शोभा सुर देवा जी शोभा है ना सुर देवा सुर भाव असुर जिहड़े हुंदे आ वो भी उन्होंने सेवा कर लग पैंदे। देवते सुर देवा जिहड़े देवते है ना इंद्र वर्गे जिहड़ा मनुख नाम जपदा वो जिहड़े सुर देवते हैं वो भी उस मनुख की उस प्रभु के प्यारे की शोभा करती है कि ये बड़ा प्यारा है जिन्हें परमेश्वर का नाम जपया। देवतियां का राजा इंद्र भी उसकी वडियाई करता है। सारे रल के उसकी वडियाई करते जिहड़ा मनुख परमेश्वर का नाम सिमरदा है। धर्म राय भी उसके अगे झुक जाता है, देवते भी उसके अगे झुक के उसकी शोभा करते हैं। साधु कै संग पाप पलायन, साध संग अमृत गुण गायन। साधु कै संग पाप पलायन, साधुआं दे संग करन दे नाल पाप पलायन, पाप जिहड़े वो नाश हो जाते, पलायन कर जाते हैं, भज जाते हैं। पाप जिहड़ा मनुख साध संगत करता है ਉਹਦੇ ਸਾਰੇ पाप ਜਿਹੜੇ पलायन हो जाते हैं, वो सारे पाप भज जाते हैं, कोई पाप कोल नहीं रहिंदा। साध संग अमृत गुण गायन, साधु की संगत करन दे नाल परमेश्वर के अमृत रूपी गुणां का मनुख गायन करता है। अमृत रूपी गुणां का गायन मनुख कर लग जाता जिहड़ा साध संगत करता है। साध के संग पाप पलायन, पाप दूर हो जाते हैं ते अमृत रूपी गुण वो मनुख गाउण लग जाता है। साध के संग सरब थान गम, नानक साध के संग सफल जन्म। सतगुरु कहते साधुआं की संगत करन दे नाल सरब सारियां थान अस्थानां च मनुख जीव गम गमता भाव जानन लायक हो जाता है। हर जगह का हर स्थान की उन्होंने सोझी आ जाती है। फिर उन्होंने पता लग जाता कि मेरा की स्थान है संसार के विच, मैं कित्थे टिकिया। हर स्थान की उन्होंने सोझी आ जाती है, हर जगह की भाव जिहड़े पंज खंड हैं उन्हां दी गमता उन्हां दी समझ आ जाती। जिहड़े जपजी के पंज खंड हैं, धर्म खंड, ज्ञान खंड, सरम खंड, सच खंड, इन्हां सारिया खंडा की सोझी मनुख नूं आ जाती है कि मैं किहड़े खंड च विचरना। साध के संग सरब थान गम, ये सारे थान जिहड़े हैं गम भाव समझ लेंदा है, जान लेंदा है, गमता आ जाती है। नानक साध के संग सफल जन्म, उस मनुख का साधुआं के संग करन दे नाल जिहड़ा है, जिहड़ा मनुख साध संगत करता है उस मनुख का सफल जन्म, वह जन्म जिहड़ा है वो सफल हो जाता है। जिहड़ा मनुख साधुआं की संगत करता है, जिहड़ा मनुख गुरु के प्यारियां की संगत करता है, उस मनुख की जिहड़ी है वो सफल जन्म जन्म वह सफल हो जाता है। वो सफल करके अपना जन्म इस संसार से पाता है। साध के संग नहीं कश काल, दर्शन भेटत होत निहाल। मारे कहते भाई साध संगत श्रेष्ठ पुरखों की, महापुरखों की संगत करन दे नाल, गुरु के प्यारियां की संगत करन दे नाल नहीं कश काल, किसी तरह की कोई खास घालना नहीं घालनी पैंदी। कोई योग धूनियां इस तरह की औखी घालना जी नहीं घालनी पैंदी। साध के संग जिहड़ा मनुख साध संगत चल के आता है, साधुओं की संगत करता है, उन्होंने विशेष तौर के उत्ते कोई धूनियां बाल के तप करने की लोड़ नहीं पैंदी। विशेष तौर पर जंगलों च जाके पुट्ठा लमक के तप करने की लोड़ नहीं पैंदी। पानी में खड़ के जल समाधियां करने की लोड़ नहीं पैंदी। धूनियां धा के उसदे दुआले बैठने की लोड़ नहीं पैंदी। नहीं कश काल, कोई इहो जिहियां घालना उन्होंने घालनियां नहीं पैंदियां। दर्शन भेटत होत निहाल, वो जिहड़े गुरमुख प्यारे आ वो साधुआं दे दर्शन करके, संगत के दर्शन करके निहाल हो जाते। इन्हां सारियां तपां आदिक का जिन्ना फल है उस मनुख नूं प्राप्त हो जाता जिहड़ा साध संगत करता है। साध के संग नहीं कश घाल, दर्शन भेटत होत निहाल, निहाल हो जाता है वो मनुख जिहड़ा साध संगत करता है।
साध के संग कलूखत हरै, साध के संग नरक पर हरै। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਕਲੂਕਤ ਹਰੇ, ਕਲੂਕਤ ਦਾ ਕਾਲਕ, ਪਾਪਾਂ ਵਾਲੀ ਕਾਲੂ ਜਿਹੜੀ ਹੈ ਨਾਸ਼ਵਾਲਤਾ ਵੱਲ ਮਨੁੱਖ ਨੂੰ ਲੈ ਕੇ ਜਾ ਰਹੀ ਹੈ। ਇਹ ਜਿਹੜੇ ਕਾਲਕ ਹੈ ਇਹ ਮਨੁੱਖ ਨੂੰ ਨਹੀਂ ਵਿਆਪਦੀ। ਸਾਧਕ ਸੰਗ ਕਲੂਕਤ ਹਰੇ, ਸਾਰੀ ਕਾਲਕ ਜਿਹੜੀ ਉਹ ਲੈ ਜਾਂਦੀ ਆ, ਪਾਪਾਂ ਰੂਪੀ ਵਿਕਾਰਾਂ ਰੂਪੀ ਜਿਹੜੀ ਕਾਲਕ ਮਨੁੱਖ ਨੂੰ ਲੱਗੀ ਹੈ। ਜਨਮ ਜਨਮ ਕੀ ਇਸ ਮਨ ਕੋ ਲਾਗੀ ਕਾਲਾ ਹੋਇਆ ਸੁਆ, ਇਹ ਜਿਹੜੇ ਮਨ ਨੂੰ ਮੈਲ ਲੱਗੀ ਹੋਈ ਹੈ ਜਨਮਾਂ ਜਨਮਾਂਤਰਾਂ ਦੀ, ਉਹ ਸਾਰੀ ਕਾਲਕ ਮਨੁੱਖ ਦੀ ਹਰ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਨਾਸ਼ ਹੋ ਜਾਂਦੀ ਹੈ। ਸਾਧ ਕੇ ਸੰਗ ਨਰਕ ਪਰ ਹਰੈ, ਮਨੁੱਖ ਸਾਧ ਸੰਗਤ ਕਰਨ ਦੇ ਨਾਲ ਨਰਕਾਂ ਦੇ ਦੁੱਖ ਤੋਂ ਦੂਰ ਹੋ ਜਾਂਦਾ। ਪਰ ਹਰੈ, ਨਾਸ਼ ਹੋ ਜਾਂਦੇ ਨਰਕਾਂ ਦੇ ਦੁੱਖ। ਜਦੋਂ ਸੰਸਾਰ 'ਚ ਰਹਿੰਦਾ ਉਦੋਂ ਵੀ ਦੁੱਖ ਨਹੀਂ ਕੋਈ ਵਿਆਪਦਾ, ਫਿਰ ਜਦੋਂ ਸੰਸਾਰ ਛੱਡ ਕੇ ਜਾਂਦਾ ਤੇ ਉੱਥੇ ਵੀ ਉਹਨੂੰ ਨਰਕਾਂ ਦਾ ਦੁੱਖ ਨਹੀਂ ਮਿਲਦਾ। ਸਾਧ ਕੇ ਸੰਗ ਕਲੂਕਤ ਹਰੈ, ਸਾਧ ਕੇ ਸੰਗ ਨਰਕ ਪਰ ਹਰੈ, ਨਰਕ ਜਿਹੜੇ ਆ ਉਹ ਪਰ ਹਰ ਦਿੰਦਾ ਹੈ, ਭਾਵ ਦੇ ਨਰਕਾਂ ਦੇ ਦੁੱਖ ਵੀ ਨਾਸ਼ ਹੋ ਜਾਂਦੇ। ਸਾਧ ਸੰਗ ਬਿਸ਼ਰਤ ਹਰ ਮੇਲਾ, ਸਾਧ ਸੰਗ ਇਹਾ ਵਾਹਿਗੁਰੂ, ਸਾਧ ਸੰਗ ਇਹਾ ਉਹਾ ਸੁਹੇਲਾ, ਸਾਧ ਸੰਗ ਸਾਧ ਕੈ ਸੰਗ ਇਹਾ ਉਹਾ ਸੁਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ। ਮਹਾਰਾਜ ਕਹਿੰਦੇ ਭਾਈ ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ ਇੱਥੇ ਵੀ ਸੁਖੀ ਹੁੰਦਾ ਹੈ, ਸੰਸਾਰ ਦੇ ਉੱਤੇ ਵੀ, ਉਹਾ ਉਸ ਪਰਲੋਕ ਦੇ ਵਿੱਚ ਵੀ, ਜਿੱਥੇ ਆਪਾਂ ਜਾਣਾ ਹੈ, ਜਿੱਥੋਂ ਦੇ ਆਪਾਂ ਵਾਸੀ ਹਾਂ, ਜਿੱਥੋਂ ਅਸੀਂ ਆਏ ਹਾਂ, ਉਸ ਦਰ ਦੇ ਉੱਤੇ ਵੀ ਉਹ ਮਨੁੱਖ ਜਿਹੜਾ ਹੈ ਸੁਹੇਲਾ ਹੁੰਦਾ ਹੈ, ਭਾਵ ਸੁਖੀ ਵਸਦਾ। ਉੱਥੇ ਵੀ ਉਹ ਜੀਵ ਸੁਖੀ ਵਸਦਾ ਜਿਹੜਾ ਸਾਧ ਸੰਗਤ ਕਰਦਾ। ਸਾਧ ਕੇ ਸੰਗ ਇਹਾ ਇੱਥੇ, ਉਹਾ ਉਸ ਸੰਸਾਰ ਦੇ ਵਿੱਚ ਜਿੱਥੇ ਅਸੀਂ ਜਾਣਾ ਹੈ, ਸੰਸਾਰ ਨੂੰ ਛੱਡ ਕੇ, ਉੱਥੇ ਵੀ ਮਨੁੱਖ ਸੁਹੇਲਾ ਰਹਿੰਦਾ। ਸਾਧ ਸੰਗ ਬਿਸ਼ਰਤ ਹਰ ਮੇਲਾ, ਸਾਧੂਆਂ ਦੀ ਸੰਗਤ ਕਰਕੇ ਬਿਸ਼ਰਤ ਵਿਛੜੇ ਹੋਏ ਜੀਵਾਂ ਦਾ ਹਰੀ ਦੇ ਨਾਲ, ਵਾਹਿਗੁਰੂ ਦੇ ਨਾਲ ਮੇਲਾ ਹੋ ਜਾਂਦਾ ਹੈ। ਸਾਧ ਸੰਗ ਬਿਸ਼ਰਤ ਹਰ ਮੇਲਾ, ਅਸੀਂ ਵਿਛੜੇ ਹੋਏ ਆ ਨਾ ਪਰਮੇਸ਼ਰ ਦੇ ਕੋਲੋਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਆਪਣੇ ਕਿਰਤ ਕਰਮਾਂ ਦਾ ਕਰਕੇ ਅਸੀਂ ਪਰਮੇਸ਼ਰ ਦੇ ਨਾਲੋਂ ਵਿਛੜੇ ਹਾਂ। ਪਰ ਜਦੋਂ ਅਸੀਂ ਸਾਧ ਸੰਗਤ ਕਰਦੇ ਹਾਂ, ਸਾਧ ਸੰਗ ਬਿਸ਼ਰਤ ਹਰ ਮੇਲਾ, ਫਿਰ ਸਾਡਾ ਮਿਲਾਪ ਜਿਹੜਾ ਹੈ ਉਹ ਵਾਹਿਗੁਰੂ ਦੇ ਨਾਲ ਹੋ ਜਾਂਦਾ। ਫਿਰ ਮਨੁੱਖ ਪਰਮੇਸ਼ਰ ਨਾਲ ਮਿਲ ਜਾਂਦਾ ਜਿਹੜਾ ਸਾਧ ਸੰਗਤ ਕਰਦਾ। ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧ ਕੇ ਸੰਗ ਨਾ ਬਿਰਥਾ ਜਾਵੈ। ਮਹਾਰਾਜ ਕਹਿੰਦੇ ਜੋ ਇੱਛਾ, ਜਿਹੜੀ ਵੀ ਇੱਛਾ ਮਨੁੱਖ ਦੀ ਹੁੰਦੀ ਹੈ ਉਹੋ ਹੀ ਫਲ ਉਹਨੂੰ ਪ੍ਰਾਪਤ ਹੋ ਜਾਂਦਾ। ਜੋ ਇੱਛਾ ਸੋਈ ਫਲ ਪਾਵੈ, ਉਹੀ ਫਲ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਜਿਹੜਾ ਉਹ ਇੱਛਾ ਕਰਦਾ ਮਨ ਦੇ ਵਿੱਚ। ਜੋ ਇੱਛਾ, ਜਿਹੜੀ ਵੀ ਕਾਮਨਾ ਹੁੰਦੀ ਹੈ ਉਹੀ ਫਲ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਸਾਧ ਕੇ ਸੰਗ ਨਾ ਬਿਰਥਾ ਜਾਵੇ, ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ ਉਹ ਮਨੁੱਖ ਬਿਰਥਾ ਕਦੇ ਨਹੀਂ ਜਾਂਦਾ। ਜਿਹੜਾ ਸਾਧ ਸੰਗਤ ਕਰਦਾ, ਕਹਿੰਦੇ ਆ ਨਾ, ਜੇ ਕਿਤੇ ਕੋਈ ਕੰਮ ਨਹੀਂ ਬਣਦਾ ਪਿਆ, ਜੇ ਕਿਤੇ ਨਹੀਂ ਬਖਸ਼ਿਸ਼ ਹੁੰਦੀ ਪਈ, ਕੋਈ ਵੀ ਕਾਰਜ ਹੈ ਤੁਹਾਡਾ, ਤੇ ਪੰਜ ਸਿੰਘਾਂ ਦੇ ਕੋਲੋਂ ਅਰਦਾਸ ਕਰਾ ਲਓ। ਕਿਉਂ ਪੰਜ ਸਿੰਘਾਂ ਦੇ ਕੋਲੋਂ ਅਰਦਾਸ ਕਰਾ ਲਓ? ਕਿਉਂਕਿ ਪੰਜਾਂ ਵਿੱਚ ਪਰਮੇਸ਼ਰ ਆਪ ਹੁੰਦਾ। ਜਿਹੜੇ ਤਿਆਰ ਬਰ ਤਿਆਰ ਪੰਜ ਸਿੰਘ ਹੁੰਦੇ ਆ ਨਾ, ਉਹਨਾਂ ਦੇ ਪਾਸੋਂ ਕਿਉਂ ਅਸੀਂ ਅਰਦਾਸਾਂ ਕਰਾਉਂਦੇ? ਕਿਉਂਕਿ ਸਾਧ ਸੰਗਤ ਉਹਨਾਂ ਦੀ ਅਰਦਾਸ ਦੇ ਨਾਲ ਹਰ ਕੰਮ ਜਿਹੜਾ ਸਾਡਾ ਸੰਪੂਰਨ ਹੋ ਜਾਂਦਾ। ਪਰ ਅਸਲ ਗੱਲ ਇਹ ਆ ਕਿ ਮਨੁੱਖ ਆਪ ਵੀ ਉਸ ਪਰਮੇਸ਼ਰ ਪ੍ਰਤੀ ਵਫਾਦਾਰ ਹੋਵੇ। ਕਿਉਂਕਿ ਜੇ ਆਪ ਵਫਾਦਾਰ ਨਹੀਂ ਹੈ ਫਿਰ ਥੋੜੀ ਇੱਛਾ ਪੂਰੀਆਂ ਹੋਣੀਆਂ। ਜੇ ਮਨੁੱਖ ਆਪ ਪਰਮੇਸ਼ਰ ਨੂੰ ਸਿਮਰਦਾ ਹੈ, ਜੇ ਅਰਦਾਸ ਹੀ ਕੋਈ ਵਿਕਾਰਾਂ ਵਾਲੀ ਕਰਾਉਣੀ ਹੈ, ਫਿਰ ਉਹ ਅਰਦਾਸ ਥੋੜੀ ਪੂਰੀ ਹੋਣੀ। ਫਿਰ ਪੰਜਾਂ ਸਿੰਘਾਂ ਦਾ ਕਸੂਰ ਥੋੜੀ। ਅਰਦਾਸ ਤੁਹਾਡੀ ਨੀਤ ਤੇ ਡਿਪੈਂਡ ਕਰਦੀ ਹੈ ਕਿ ਨੀਤ ਕੀ ਹੈ, ਪਿੱਛੇ ਮਨੋਰਥ ਕੀ ਹੈ ਤੁਹਾਡਾ। ਮਹਾਰਾਜ ਕਹਿੰਦੇ ਭਾਈ ਜਿਹੜਾ ਮਨੁੱਖ ਸਾਧੂਆਂ ਦੀ ਸੰਗਤ ਵਿੱਚ ਜਾਂਦਾ ਬਿਰਥਾ ਨਹੀਂ ਜਾਂਦਾ, ਉਹਦੀ ਅਰਦਾਸ ਜਿਹੜੀ ਬਿਰਥੀ ਨਹੀਂ ਜਾਂਦੀ। ਉਹ ਜਿਹੜੀ ਵੀ ਇੱਛਾ ਕਰਦਾ ਹੈ ਉਹ ਫਲ ਉਹਨੂੰ ਪ੍ਰਾਪਤ ਹੋ ਜਾਂਦਾ। ਪਾਰ ਬ੍ਰਹਮ ਸਾਧ ਰਿੰਦ ਬਸੈ, ਨਾਨਕ ਉਦਰੈ ਸਾਧ ਸੁਨ ਰਸੈ। ਮਹਾਰਾਜ ਕਹਿੰਦੇ ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਉਹਨਾਂ ਮਨੁੱਖਾਂ ਦੇ ਹਿਰਦੇ ਵਿੱਚ ਵਸਦਾ ਹੈ।
ਉਹਨਾਂ ਮਨੁੱਖਾਂ ਦੇ ਹਿਰਦੇ ਵਿੱਚ ਵਸਦਾ ਹੈ। ਪਾਰ ਬ੍ਰਹਮ ਸਾਧ ਰਿਦ ਵਸੈ, ਸਾਧਾਂ ਦੇ ਹਿਰਦੇ 'ਚ ਵਸਦਾ ਹੈ। ਨਾਨਕ ਉਦਰੈ ਸਾਧ ਸੁਨ ਰਸੈ। ਸਤਿਗੁਰ ਕਹਿੰਦੇ ਆ ਕਿ ਮਨੁੱਖ ਦਾ ਉਧਾਰ ਸਾਧ ਸੁਨ ਰਸੈ। ਮਨੁੱਖ ਦਾ ਜਿਹੜਾ ਉਧਾਰ ਹੈ ਉਹ ਸਾਧ ਸੁਨ ਰਸੈ, ਸਾਧ ਦੀ ਰਸਨਾ ਦੁਆਰਾ ਕਹਿਣ ਦੇ ਨਾਲ, ਸੁਣਨ ਦੇ ਨਾਲ ਪਰਮੇਸ਼ਰ ਦਾ ਨਾਮ ਮਨੁੱਖ ਦਾ ਉਧਾਰ ਹੋ ਜਾਂਦਾ ਹੈ। ਨਾਨਕ ਉਦਰੈ ਸਾਧ ਸੁਨ ਰਸੈ। ਸਾਧ ਦੀ ਰਸਨਾ ਦੇ ਦੁਆਰਾ ਜੋ ਵੀ ਸਾਧ ਸੰਗਤ ਦੇ ਵਿੱਚ ਬੋਲਿਆ ਜਾਂਦਾ ਹੈ ਉਹਨੂੰ ਸੁਣ ਕੇ ਮਨੁੱਖ ਦਾ ਉਧਾਰ ਹੋ ਜਾਂਦਾ ਹੈ। ਪਾਰ ਬ੍ਰਹਮ ਸਾਧ ਰਿਦ ਵਸੈ। ਪਾਰ ਬ੍ਰਹਮ ਪਰਮੇਸ਼ਰ ਜਿਹੜਾ ਉਹ ਸਾਧੂਆਂ ਦੀ ਸੰਗਤ ਦੇ ਵਿੱਚ ਵਸਦਾ ਹੈ। ਨਾਨਕ ਉਦਰੈ ਸਾਧ ਸੁਨ ਰਸੈ। ਉਹ ਮਨੁੱਖ ਉਧਰ ਜਾਂਦੇ, ਇਹਨਾਂ ਦਾ ਉਧਾਰ ਹੋ ਜਾਂਦਾ। ਜਿਹੜਾ ਸਾਧ ਸੁਨ ਰਸੈ, ਜਿਹੜਾ ਸਾਧਾਂ ਦੀ ਰਸਨਾ ਦੁਆਰਾ ਸੁਨ ਰਸੈ, ਜਿਹੜਾ ਰਸਨਾ ਤੋਂ ਪਰਮੇਸ਼ਰ ਦਾ ਨਾਮ ਸੁਣਦਾ। ਸਾਧ ਕੇ ਸੰਗ ਸੁਣੋ ਹਰਿ ਨਾਉ, ਸਾਧ ਕੇ ਸੰਗ, ਸਾਧ ਸੰਗ ਹਰਿ ਕੇ ਗੁਣ ਗਾਓ। ਮਹਾਰਾਜ ਕਹਿੰਦੇ ਭਾਈ ਸਾਧ ਕੇ ਸੰਗ ਸੁਣੋ ਹਰਿ ਨਾਉ। ਸਾਧੂਆਂ ਦੇ ਸੰਗ ਨਾਲ, ਪਰਮੇਸ਼ਰ ਦੇ ਪਿਆਰਿਆਂ ਦੇ ਸੰਗ ਬੈਠ ਕੇ ਪਰਮੇਸ਼ਰ ਹਰੀ ਦਾ ਨਾਮ ਸੁਣਨਾ ਕਰੋ। ਕਥਾ ਵਿਚਾਰ ਕੀਰਤਨ ਸੁਣਨਾ ਕਰੋ ਸਾਧ ਸੰਗਤ ਦੇ ਵਿੱਚ ਬੈਠ ਕੇ। ਸਾਧ ਕੇ ਸੰਗ ਸੁਣੋ ਹਰਿ ਨਾਉ, ਹਰੀ ਦਾ ਨਾਮ ਸੁਣੋ। ਸਾਧ ਸੰਗ ਹਰਿ ਕੇ ਗੁਣ ਗਾਓ। ਸਾਧ ਸੰਗਤ ਦੇ ਵਿੱਚ ਬੈਠ ਕੇ ਹਰੀ ਦੇ ਗੁਣਾਂ ਨੂੰ ਗਾਉਣਾ ਕਰੋ। ਸੁਖਮਨੀ ਸਾਹਿਬ ਪੜ੍ਹਦੇ ਆ ਨਾ ਕਈ, ਸੰਗਤੀ ਰੂਪ ਦੇ ਵਿੱਚ ਹਰੀ ਦੇ ਗੁਣ ਹੀ ਗਾਉਣੇ ਹੁੰਦੇ ਆ। ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਵੀ ਹਰੀ ਦੇ ਗੁਣ ਗਾਉਣੇ ਹੁੰਦੇ ਆ। ਕੀਰਤਨ ਕਰਨਾ ਸੁਣਨਾ ਇਹ ਵੀ ਹਰੀ ਦੇ ਗੁਣ ਗਾਉਣੇ ਹੁੰਦੇ ਆ। ਸਾਰੇ ਕਹਿੰਦੇ ਇਸੇ ਤਰ੍ਹਾਂ ਸਾਧ ਸੰਗਤ 'ਚ ਬੈਠ ਕੇ ਉਸ ਹਰੀ ਦੇ, ਉਸ ਵਾਹਿਗੁਰੂ ਦੇ ਗੁਣ ਗਾਓ ਭਾਈ। ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਸਾਧ ਕੇ ਸੰਗ ਨਾ ਮਨ ਤੇ ਬਿਸਰੈ। ਜਿਹੜਾ ਮਨੁੱਖ ਸਾਧੂਆਂ ਦੀ ਸੰਗਤ ਕਰਦਾ ਹੈ ਉਹਨੂੰ ਪਰਮੇਸ਼ਰ ਵਾਹਿਗੁਰੂ ਮਨ ਤੇ ਬਿਸਰਦਾ ਹੀ ਨਹੀਂ, ਹਰੀ ਭੁੱਲਦਾ ਹੀ ਨਹੀਂ ਕਦੀ। ਸਦੀਵੀ ਤੌਰ ਤੇ ਯਾਦ ਹੋ ਜਾਂਦਾ ਕਿ ਹਾਂ ਪਰਮੇਸ਼ਰ ਅੰਗ ਸੰਗ ਹੈ ਤੇ ਮੈਂ ਉਹਨੂੰ ਸਿਮਰਨਾ। ਸਾਧ ਕੇ ਸੰਗ ਨਾ ਮਨ ਤੇ ਬਿਸਰੈ। ਬਿਸਰਦਾ ਹੀ ਨਹੀਂ ਪਰਮੇਸ਼ਰ ਉਹਦੇ ਮਨ ਤੋਂ, ਜਿਹੜਾ ਸਾਧ ਸੰਗਤ ਕਰਨਾ ਪੈਂਦਾ। ਜਿਹੜਾ ਮਨੁੱਖ ਕਰਦਾ ਹੀ ਸੰਗਤ ਹੈ ਸਾਰਾ ਦਿਨ, ਜਿਹਨੇ ਸੰਗਤ ਦੇ ਵਿੱਚ ਹੀ ਧਿਆਨ ਰੱਖਣਾ, ਉਹਨੂੰ ਫਿਰ ਪਰਮੇਸ਼ਰ ਥੋੜੀ ਕਦੀ ਭੁੱਲ ਸਕਦਾ। ਤੇ ਜਿਹੜੇ ਮਨੁੱਖ ਨੇ ਵਿਕਾਰ ਹੀ ਕਮਾਉਣੇ ਆ, ਸੰਗਤ 'ਚ ਕਿਤੇ ਕਿਤੇ ਆ ਗਿਆ ਜਦੋਂ ਸਮਾਂ ਲੱਗਾ, ਉਹਨੇ ਤੇ ਫਿਰ ਵਿਕਾਰ ਹੀ ਬਿਰਤੀ ਉਹਦੀ ਹੋ ਜਾਣੀ ਆ, ਉਹਨੂੰ ਥੋੜੀ ਫਿਰ ਪਰਮੇਸ਼ਰ ਯਾਦ ਰਹਿਣਾ। ਮਹਾਰਾਜ ਕਹਿੰਦੇ ਸਾਧ ਕੇ ਸੰਗ ਨਾ ਮਨ ਤੇ ਬਿਸਰੈ। ਭਾਈ ਜਿਹੜਾ ਮਨੁੱਖ ਸਾਧਾਂ ਦੀ ਸੰਗਤ ਕਰਦਾ ਉਹਦੇ ਮਨ ਤੋਂ ਪਰਮੇਸ਼ਰ ਕਦੀ ਨਹੀਂ ਵਿਸਰਦਾ। ਸਾਧ ਸੰਗ ਸਰ ਪਰ ਨਿਸਤਰੈ, ਸਾਧ ਸੰਗ ਸਰ ਪਰ ਨਿਸਤਰੈ। ਸਾਧੂਆਂ ਦੀ ਸੰਗਤ ਕਰਕੇ ਸੰਸਾਰ ਦਾ ਜਿਹੜਾ ਪ੍ਰਪੰਚ ਹੈ ਉਹ ਸਰ ਪਰ ਭਾਵ ਜ਼ਰੂਰ ਨਿਸ਼ਚੇ ਦੇ ਨਾਲ, ਪੱਕੇ ਤੌਰ ਦੇ ਉੱਤੇ ਨਿਸਤਰੇ ਤਰ ਜਾਂਦਾ ਹੈ ਮਨੁੱਖ। ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ ਨਾ, ਉਹ ਸੰਸਾਰ ਦਾ ਜਿਹੜਾ ਪ੍ਰਪੰਚ ਖਿਲਾਰਾ ਵਿਸਰਿਆ ਆ, ਸਾਧ ਸੰਗ ਸਰ ਪਰ ਨਿਸਤਰੈ। ਇਹ ਸਾਰੇ ਖਿਲਾਰੇ ਦੇ ਵਿੱਚੋਂ ਸਰਪਰ ਦਾ ਅਰਥ ਹੁੰਦਾ ਹੈ ਨਿਸ਼ਚੈ, ਪੱਕੇ ਤੌਰ ਦੇ ਉੱਤੇ ਉਸਦਾ ਨਿਸਤਾਰਾ ਹੋ ਜਾਂਦਾ। ਸੰਸਾਰ ਦੇ ਵਿੱਚੋਂ ਪਰਮੇਸ਼ਰ ਉਹਨੂੰ ਬਾਂਹ ਫੜ ਕੇ ਕੱਢ ਲੈਂਦਾ ਜਿਹੜਾ ਸਾਧ ਸੰਗਤ ਕਰਦਾ। ਜੇ ਕਿਤੇ ਵਿਕਾਰਾਂ ਵਿੱਚ ਡਿੱਗ ਵੀ ਜਾਵੇ ਤਾਂ ਵੀ ਪਰਮੇਸ਼ਰ ਉਹਦੀ ਬਾਂਹ ਫੜ ਕੇ ਉਹਨੂੰ ਕੱਢ ਲੈਂਦਾ। ਸੰਸਾਰ ਭਉ ਸਾਗਰ ਤੋਂ ਪਰਮੇਸ਼ਰ ਆਪ ਉਹਦੀ ਬਾਂਹ ਫੜ ਕੇ ਕੱਢ ਲੈਂਦਾ ਜਿਹੜਾ ਸਾਧ ਸੰਗਤ ਕਰਦਾ। ਸਾਧ ਕੇ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ। ਜਿਹੜਾ ਮਨੁੱਖ ਸੰਗਤ ਕਰਨ ਲੱਗ ਪੈਂਦਾ ਹੈ ਗੁਰਮੁਖ ਪਿਆਰਿਆਂ ਦੀ, ਉਹਨੂੰ ਪਰਮੇਸ਼ਰ ਦਾ ਨਾਮ ਮਿੱਠਾ ਲੱਗਣ ਲੱਗ ਪੈਂਦਾ, ਵਾਹਿਗੁਰੂ ਦਾ ਨਾਮ। ਉਹ ਫਿਰ ਕਹਿੰਦਾ ਮੈਂ ਹੋਰ ਬਾਣੀ ਪੜਾਂ, ਹੋਰ ਸਿਮਰਨ ਕਰਾਂ। ਸਾਧ ਕੇ ਸੰਗ ਲੱਗੇ ਪ੍ਰਭ ਮੀਠਾ, ਪਰਮੇਸ਼ਰ ਦਾ ਨਾਮ ਮਿੱਠਾ ਲੱਗਣ ਲੱਗ ਪੈਂਦਾ ਹੈ। ਉਹ ਕਹਿੰਦਾ ਹੁਣ ਤੇ ਮੈਂ ਨਿਤਨੇਮ ਕਰਦਾ ਹੈ, ਮੈਨੂੰ ਲੱਗਦਾ ਇਹ ਵੀ ਥੋੜਾ ਹੈ, ਫਿਰ ਹੋਰ ਬਾਣੀ ਪੜ੍ਹਨ ਨੂੰ ਦਿਲ ਕਰਦਾ, ਫਿਰ ਸਹਿਜ ਪਾਠ ਕਰਨ ਨੂੰ ਵੀ ਦਿਲ ਕਰਦਾ, ਵਾਰ-ਵਾਰ ਬਾਣੀ ਪੜ੍ਹਨ ਨੂੰ ਦਿਲ ਕਰੀ ਜਾਵੇ, ਫਿਰ ਪ੍ਰਭੂ ਪਰਮੇਸ਼ਰ ਦਾ ਨਾਮ ਸਮਝ ਲਓ ਮਿੱਠਾ ਲੱਗਣ ਲੱਗ ਪਿਆ। ਜਦੋਂ ਐਸੀ ਅਵਸਥਾ ਬਣ ਜਾਵੇ ਨਾ ਕਿ ਬਾਣੀ ਪੜ੍ਹਨ ਨੂੰ ਦਿਲ ਕਰੀ ਜਾਵੇ ਵਾਰ-ਵਾਰ, ਕਿ ਕੀ ਬੈਠਾ ਵਿਹਲਾ ਕਰਦਾ, ਚੱਲ ਬਾਣੀ ਪੜ੍ਹ ਲਈਏ। ਜ਼ਿਆਦਾਤਰ ਤੇ ਮਨੁੱਖ ਵਿਹਲੇ ਬੈਠੇ ਹੋਣ ਤੇ ਜਾਂ ਤੇ ਵਿਕਾਰੀ ਗੱਲਾਂ ਕਰਨ ਲੱਗ ਪੈਂਦੇ ਆ, ਜੇ ਕੋਈ ਲਾਗੇ ਹੋਵੇ, ਜੇ ਨਾ ਲਾਗੇ ਹੋਵੇ ਤੇ ਫਿਰ
ਆਪਣਾ ਹੋਰ ਕੋਈ ਕਾਰਜ ਮੋਬਾਈਲ ਦੇ ਉੱਤੇ ਲੱਗ ਜਾਣਗੇ ਜਾਂ ਅਖਬਾਰ ਕੋਈ ਪਈ ਉਹ ਪੜ੍ਹਨ ਲੱਗ ਜਾਣਗੇ। ਪਰ ਮਹਾਰਾਜ ਕਹਿੰਦੇ ਆ, ਸਤਿਗੁਰੂ ਕਹਿੰਦੇ ਕਿ ਭਾਈ ਸਾਥ ਕੇ ਸੰਗ ਲੱਗੇ ਪ੍ਰਭ ਮੀਠਾ। ਜਿਹੜਾ ਮਨੁੱਖ ਸੰਗਤ ਕਰਨ ਲੱਗ ਪੈਂਦਾ ਹੈ ਫਿਰ ਉਹਨੂੰ ਪਰਮੇਸ਼ਰ ਦਾ ਨਾਮ ਮਿੱਠਾ ਲੱਗਣ ਲੱਗ ਪੈਂਦਾ। ਫਿਰ ਉਹ ਨਵੀਂ ਬਾਣੀ ਹਰ ਰੋਜ਼ ਕਹਿੰਦਾ ਮੈਂ ਆਹ ਬਾਣੀ ਪੜ੍ਹ ਕੇ ਵੇਖਿਆ ਇਹਦੇ ਵਿੱਚ ਸਤਿਗੁਰਾਂ ਨੇ ਕੀ ਉਪਦੇਸ਼ ਦਿੱਤਾ। ਫਿਰ ਉਹ ਹਰ ਰੋਜ਼ ਬਾਣੀ ਪੜ੍ਹਨ ਦੇ ਵਿੱਚ ਮਨ ਲਾਉਂਦਾ ਆਪਣਾ, ਪ੍ਰਭੂ ਪਰਮੇਸ਼ਰ ਮਿੱਠਾ ਲੱਗਣ ਲੱਗ ਪੈਂਦਾ। ਸਾਧੂ ਕੈ ਸੰਗ ਘਟ ਘਟ ਡੀਠਾ। ਪਰਮੇਸ਼ਰ ਉਹਨੂੰ ਘਟਾਂ ਘਟਾਂ ਦੇ ਵਿੱਚ ਦਿਖਣ ਲੱਗ ਪੈਂਦਾ ਜਿਹੜਾ ਸੰਗਤ ਮਨੁੱਖ ਕਰਨ ਲੱਗ ਪੈਂਦਾ। ਜਿਹੜਾ ਗੁਰਮੁਖ ਪਿਆਰਿਆਂ ਦੀ ਸੰਗਤ ਕਰਦਾ ਹੈ ਪਰਮੇਸ਼ਰ ਨੂੰ ਘਟਾਂ ਘਟਾਂ ਦਿਖਣ ਲੱਗ ਪੈਂਦਾ। ਹਰ ਜੀਵ ਦੇ ਅੰਦਰ ਪਰਮੇਸ਼ਰ ਦਿਖਦਾ ਹੈ। ਫਿਰ ਹਰ ਵਸਤੂ ਦੇ ਅੰਦਰ ਉਹਨੂੰ ਪਰਮੇਸ਼ਰ ਦੇ ਦੀਦਾਰ ਹੋਣ ਲੱਗ ਪੈਂਦੇ। ਫਿਰ ਉਹ ਕਹਿੰਦਾ ਕਿ ਹਰ ਜਗ੍ਹਾ ਦੇ ਉੱਤੇ ਵਾਹਿਗੁਰੂ ਹੀ ਦਿਖ ਰਿਹਾ, ਪਰਮੇਸ਼ਰ ਤੋਂ ਬਿਨਾਂ ਤੇ ਹੋਰ ਕੁਛ ਹੈ ਹੀ ਨਹੀਂ। ਸਾਧੂ ਕੈ ਸੰਗ ਘਟ ਘਟ ਡੀਠਾ। ਘਟਾਂ ਘਟਾਂ ਦੇ ਵਿੱਚ ਪ੍ਰਤੱਖ ਵਾਹਿਗੁਰੂ ਦਿਖਣ ਲੱਗ ਪੈਂਦਾ ਉਹਨੂੰ। ਸਾਧ ਸੰਗ ਭਏ ਆਗਿਆਕਾਰੀ। ਸਾਧ ਸੰਗ ਗਤ ਭਈ ਹਮਾਰੀ। ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਆਉਣ ਦੇ ਨਾਲ ਹੀ ਮਨੁੱਖ ਆਗਿਆਕਾਰੀ ਹੋ ਜਾਂਦਾ ਹੈ, ਨਿਮਰਤਾ ਆ ਜਾਂਦੀ, ਹੁਕਮ ਮੰਨਣ ਵਾਲਾ ਹੋ ਜਾਂਦਾ ਹੈ। ਫਿਰ ਪਰਮੇਸ਼ਰ ਦੇ ਕੀਤੇ ਦੇ ਉਹ ਆਪਣਾ ਰੋਸ ਨਹੀਂ ਪ੍ਰਗਟ ਕਰਦਾ। ਫਿਰ ਕਹਿੰਦਾ ਮਹਾਰਾਜ ਜੋ ਤੁਸੀਂ ਕਹਿੰਦੇ ਉਹ ਸੱਚ ਹੈ। ਸਾਧ ਸੰਗ ਭਏ ਆਗਿਆਕਾਰੀ। ਆਗਿਆਕਾਰੀ ਉਹਦਾ ਜੀਵਨ ਹੋ ਜਾਂਦਾ। ਫਿਰ ਉਹ ਹਰ ਗੱਲ ਪਰਮੇਸ਼ਰ ਦੀ ਮੰਨਣ ਲੱਗ ਜਾਂਦਾ ਹੈ। ਵਾਹਿਗੁਰੂ ਨੇ ਜੋ ਕਰਤਾ ਉਹੀ ਚੰਗਾ ਹੈ, ਮੇਰੇ ਤੇ ਵੱਸ ਦੀ ਗੱਲ ਨਹੀਂ ਸੀ, ਤੇ ਵਾਹਿਗੁਰੂ ਨੇ ਕੀਤਾ, ਚੰਗਾ ਕੀਤਾ ਮਾੜਾ ਕੀਤਾ ਸਾਰਾ ਪਰਮੇਸ਼ਰ ਦਾ ਹੈ। ਪਰ ਮਨੁੱਖ ਦਾ ਸੁਭਾਅ ਇੰਜ ਦਾ ਨਹੀਂ ਹੈ। ਮਨੁੱਖ ਕਹਿੰਦਾ ਜੋ ਚੰਗਾ ਕੀਤਾ ਉਹ ਮੈਂ ਕੀਤਾ, ਜਿਹੜਾ ਮਾੜਾ ਹੋ ਗਿਆ ਤੇ ਉਹ ਪਰਮੇਸ਼ਰ ਦੀ ਗਲਤੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਗੱਲ ਇੰਜ ਹੈ ਕਿ ਜਿਹੜਾ ਮਨੁੱਖ ਸਾਧ ਸੰਗਤ ਕਰਨ ਲੱਗ ਜਾਂਦਾ ਹੈ ਉਹ ਆਗਿਆਕਾਰੀ ਹੋ ਜਾਂਦਾ ਪਰਮੇਸ਼ਰ ਦਾ, ਪਰਮੇਸ਼ਰ ਦਾ ਹੁਕਮ ਮੰਨਣ ਵਾਲਾ ਹੋ ਜਾਂਦਾ। ਉਹ ਕੋਈ ਵੀ ਕਾਰਜ ਹੋਵੇ ਉਹਦੇ ਵਿੱਚ ਹੀ ਪਰਮੇਸ਼ਰ ਨੂੰ ਦੇਖਦਾ ਕਿ ਮਹਾਰਾਜਾ ਵੀ ਕਾਰਜ ਤੁਸੀਂ ਕਰਵਾਇਆ, ਮੈਂ ਤੇ ਅਲਪੱਗ ਜੀਵੇ ਕਰ ਹੀ ਨਹੀਂ ਸੀ ਸਕਦਾ। ਸਾਧ ਸੰਗਤ ਭਈ ਹਮਾਰੀ। ਮਹਾਰਾਜ ਕਹਿੰਦੇ ਭਾਈ ਸਾਧ ਸੰਗਤ ਵਿੱਚ ਪੈਣ ਦੇ ਨਾਲ ਹੀ ਸਾਡੀ ਗਤ ਦਾ ਭਾਵ ਮੁਕਤੀ ਪਈ। ਮੁਕਤੀ ਜਿਹੜੀ ਸਾਡੀ ਉਹ ਸਾਧ ਸੰਗਤ ਦੇ ਵਿੱਚ ਪੈਣ ਨਾਲ ਹੀ ਹੋਈ ਹੈ। ਸਾਡੀ ਸਾਧ ਸੰਗਤ ਕਰਨ ਦੇ ਨਾਲ ਹੀ ਮੁਕਤੀ ਪ੍ਰਾਪਤ ਹੋਈ ਹੈ। ਭਾਈ ਸਿੱਖੋ ਤੁਸੀਂ ਵੀ ਸਾਧ ਸੰਗਤ ਕਰੋ, ਤੁਹਾਡੀ ਵੀ ਜਿਹੜੀ ਗਤੀ ਹੈ, ਤੁਹਾਡੀ ਵੀ ਜਿਹੜੀ ਮੁਕਤੀ ਹੈ ਉਹ ਸਾਧ ਸੰਗਤ ਕਰਨ ਕਰਕੇ ਹੋਣੀ ਹੈ। ਤੁਹਾਡੀ ਵੀ ਕਲਿਆਣ ਸਾਧ ਸੰਗਤ ਕਰਨ ਦੇ ਨਾਲ ਹੋਣੀ ਹੈ। ਸਾਧ ਸੰਗਤ ਕਰਿਆ ਕਰੋ। ਸਾਧ ਕੈ ਸੰਗ ਮਿਟੈ ਸਭ ਰੋਗ। ਸਾਧ ਸੰਗ ਮਿਟੇ ਸਭ ਰੋਗ। ਸਾਧ ਸੰਗ ਮਿਟੇ ਸਭ ਰੋਗ। ਸਾਰੇ ਰੋਗ ਮਨੁੱਖ ਦੇ ਮਿਟ ਜਾਂਦੇ ਆ ਜਿਹੜਾ ਮਨੁੱਖ ਸਾਧ ਸੰਗਤ ਕਰਦਾ। ਸਾਰੇ ਤਰ੍ਹਾਂ ਦੇ ਜਿੰਨੇ ਵੀ ਮਨੁੱਖ ਨੂੰ ਰੋਗ ਚਿੰਬੜਿਆ ਨਾ, ਮਨ ਕਰਕੇ ਵੀ ਮਨੁੱਖ ਰੋਗੀ ਆ ਤੇ ਤਨ ਕਰਕੇ ਵੀ ਕਈ ਵਾਰੀ ਰੋਗੀ ਹੋ ਜਾਂਦਾ ਹੈ, ਤੇ ਕਈ ਵਾਰੀ ਮਾਨਸਿਕ ਤੌਰ ਤੇ ਵੀ ਰੋਗੀ ਹੋ ਜਾਂਦਾ ਹੈ। ਤੇ ਸਾਧ ਸੰਗਤ ਕਰਨ ਦੇ ਨਾਲ ਉਹਦੇ ਇਹ ਸਾਰੇ ਰੋਗ ਜਿਹੜੇ ਨਾਸ਼ ਹੋ ਜਾਂਦੇ, ਜਿੰਨੇ ਵੀ ਰੋਗ ਆ। ਨਾਨਕ ਸਾਧ ਭੇਟੇ ਸੰਜੋਗ। ਮਹਾਰਾਜ ਕਹਿੰਦੇ ਆ ਭਾਈ ਇਹ ਸਾਧ ਸੰਗਤ ਸੰਜੋਗਾਂ ਦੇ ਨਾਲ, ਵੱਡਿਆਂ ਭਾਗਾਂ ਦੇ ਨਾਲ ਮਿਲਦੀ ਹੈ। ਉਸ ਮਨੁੱਖ ਦੀ ਭੇਟ, ਉਸ ਮਨੁੱਖ ਦਾ ਮਿਲਾਪ ਸਾਧ ਦੇ ਨਾਲ ਭਾਵ ਸੰਗਤ ਦੇ ਨਾਲ ਹੁੰਦਾ ਹੈ, ਜਿਹਦੇ ਸੰਜੋਗਾਂ 'ਚ ਲਿਖਿਆ ਹੁੰਦਾ। ਹਰ ਕੋਈ ਸੰਗਤ ਵਿੱਚ ਨਹੀਂ ਆਉਂਦਾ। ਸਾਧ ਮਿਲੇ ਪੂਰਨ ਸੰਜੋਗ, ਸਾਜ ਸਹਿਜੇ ਪੂਰੇ ਹਰ ਲੋਕ। ਮਹਾਰਾਜ ਕਹਿੰਦੇ ਸਾਧੂਆਂ ਦੀ ਸੰਗਤ ਜਿਹੜੀ ਹੈ ਨਾ ਉਹ ਬੜੇ ਹੀ ਵੱਡਿਆਂ ਭਾਗਾਂ ਦੇ ਨਾਲ, ਪਿਛਲੇ ਜਨਮਾਂ ਦਾ ਕੋਈ ਕੀਤਾ ਤਪ ਹੀ ਹੁੰਦਾ ਜਿਹਨੂੰ ਇਹ ਸੰਜੋਗਾਂ ਦੇ ਨਾਲ ਇਹ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਸਾਧ ਕੀ ਮਹਿਮਾ ਵੇਦ ਨਾ ਜਾਣਹਿ, ਜੇਤਾ ਸੁਣਹਿ ਤੇਤਾ ਬਖਿਆਨਹਿ। ਮਹਾਰਾਜ ਕਹਿੰਦੇ ਭਾਈ ਸਾਧ ਦੀ ਜਿਹੜੀ ਮਹਿਮਾ ਨਾ, ਸਾਧ ਸੰਗਤ ਦੀ ਮਹਿਮਾ ਉਹ ਵੇਦਾਂ ਨੇ ਵੀ ਨਹੀਂ ਕਹੀ। ਵੇਦ ਵੀ ਨਹੀਂ ਜਾਣਦੇ ਸਾਧ ਸੰਗਤ ਦੀ ਕਿੰਨੀ ਕੁ ਮਹਿਮਾ। ਉਹ ਵੀ ਲਿਖਦੇ ਆ ਪਰ ਫਿਰ ਵੀ ਉਹਨਾਂ ਦੇ ਕੋਲੋਂ ਅੰਤ ਨਹੀਂ ਪੈਂਦਾ ਕਿ ਸਾਧ ਦੀ ਕਿੰਨੀ ਕੁ ਮਹਿਮਾ ਸਾਧ ਸੰਗਤ ਦੀ। ਜੇਤਾ ਸੁਣਿਆ ਤੇਤਾ ਬਖਿਆਨ। ਜਿੰਨੀ ਕੁ ਸੁਣਦੇ ਆ ਓਨੀ ਕੀ ਉਹ ਵਿਖਿਆਨ ਕਰਦੇ ਆ। ਜਿੰਨੀ ਕੁ ਭਾਵ ਉਹਨਾਂ ਦੇ ਵਿੱਚ ਲਿਖੀ ਆ ਨਾ, ਜਿੰਨੀ ਕੁ ਵਡਿਆਈ ਸਾਧ ਸੰਗਤ ਦੀ ਲਿਖੀ ਆ ਓਨੀ ਕੀ ਬਿਆਨ ਕਰਦੇ ਆ। ਤੇ ਉਹ ਜਿਹੜੀ ਪਰਮੇਸ਼ਰ ਦੀ ਮਹਿਮਾ ਜਿਹੜੀ ਹੈ, ਵਾਹਿਗੁਰੂ ਦੀ ਮਹਿਮਾ,
जो साध संगत की महिमा है वो बखियानी नहीं जा सकती, कही नहीं जा सकती। जेता सुने तेता बखियान। जिहड़े मनुख वेदां द्वारा सुन के बखियान करते हैं वो सिर्फ उन्नी की महिमा बयान कर सकते जिन्नी को उन्होंने पता है, पर साध की महिमा कही नहीं जा सकती। वेद न जाने साध की उपमा तेहो गुण ते दूर, साध की उपमा रही भरपूर। महाराज कहते साध की उपमा, साध की वडियाई तेहो गुण ते दूर, माया के 3 गुण उन्हां तो दूर है, उन्हां तो परे है साधां दी उपमा। इस माया के गुणों के नाल साध संगत की महिमा नहीं गाई जा सकती। माया की रजो तमो सतो गुणा तो दूर है साध की उपमा, साध की उपमा रही भरपूर। मारे कहते जी साधा की वडियाई है, साध संगत की वडियाई है, वो भरपूर है, व्यापक है, हर जगह के उत्ते परिपूर्ण है, हर जगह के उत्ते उपमा हो रही है। साध संगत के विच परमेश्वर की उपमा भरपूर हो रही है। साध की उपमा रही भरपूर, साध संगत की वडियाई की उपमा भी भरपूर पर परिपूर्ण हो रही है। साध की शोभा का नाही अंत, साध की शोभा सदा बेअंत। मर कहते भाई साध की शोभा का कोई अंत नहीं पा सकता। किन्नी शोभा है साध संगत की, ये कोई भी अंत नहीं पा सकता। साध की शोभा सदा बेअंत, बेअंत शोभा है साध संगत की। जिन्नी कह लो उन्नी शोभा थोड़ी है। हुण किन्नी सतगुरां ने इन्हां सारे अष्टपदी च साध संगत की महिमा बयान की है, पर सारी महिमा कहने तो बाद भी मारे कहते बेअंत महिमा है साध संगत की। भाई ये कही नहीं जा सकती, जिहड़ा संगत करता है उन्होंने ही पता लगता है कि असल साध की जिहड़ी साध की शोभा सदा बेअंत, असली शोभा की है साध संगत की, कि वही मनुख जानता जिहड़ा संगत करता। साध की शोभा ऊंच ते उच्ची, मारे कहते उच्ची तो उच्ची है साध की शोभा। साध संगत की शोभा सब तो उच्ची है, उच्ची तो उच्ची है। साध की शोभा मूच ते मूची, साध की जिहड़ी महिमा है भाव वड्डे तो भी वड्डी है, मूची भाव बहुत बेअंत है। साध की शोभा उच्ची तो भी उच्ची है ते बेअंत तो भी बेअंत है, ਇਹਦਾ भी कोई अंत नहीं पाया जा सकता। इन्ना विस्तार है, ब्रह्मंडा तक का विस्तार जिहड़ा है वो साध संगत का है। साध की शोभा मूच ते मूची, इन्नी वड्डी शोभा है साध संगत की। साध की शोभा साध बन आई, नानक साध प्रभ भेद न भाई। मारे कहते भाई साध की उपमा, साध की शोभा साध बन आई, ओदी शोभा जिहड़ी महात्मा की, साध संगत की, साधुआं की, महापुरखों की शोभा उन्हां नूं ही बन आउंदी आ, उन्हां नूं ही पता है, उन्हां नूं ही पूर्ण पता है साध की शोभा। नानक साध प्रभ भेद ना पाई, क्यों? क्योंकि साधुआं दे विच ते परमेश्वर दे विच कोई भेद नहीं है। जिहड़े साध संगत दे विच वसदे हन मनुख, जिहड़े साध संगी हन, गुरमुख प्यारे हन, गुरु दे प्यारे हन, उन्हां दे विच ते अकाल पुरख दे विच भेद नहीं। इस करके जिन्नी शोभा उस अकाल पुरख परमेश्वर की है, उन्नी शोभा साध की है, उन्नी साध संगियां की है। इस करके सतगुरां ने इस पावन अष्टपदी दे विच 7वीं अष्टपदी की संपूर्णता इत्थे हुई है। सतगुरां ने यही दसना किया कि भाई साध संगत की बड़ी वड्डी महानता है। जिहड़ा मनुख साध संगत करता है असली प्राप्ति उन्हों ही होती है, उन्हों ही पता लगता कि की है साध संगत। हर कोई मनुख साध संगत नूं जान नहीं सकता। ये शोभा जिहड़ी है ये वही मनुख जानते हैं जिहड़े साध संगत करते हैं। सो साध संगत इन्नियां क बेनतियां आप जी ने प्रवान करनियां। हुण अज भाई लालो जी का जिहड़ा है वो जन्म दिहाड़ा है भाई लालो जी का, जिन्हां दा सत्कार दे नाल सतगुरां ने गुरु ग्रंथ साहिब जी दे विच नाम ही बख्शिश कीता है, लिखिया है। सो भाई परमजीत सिंह जी आप जी दे नाल भाई लालो जी के जीवन बारे विचार करनगे। आओ उन्हां दे विचार सरवण करिए। बुलाओ फतेह जी। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। अज गुरु नानक साहब सतगुरां दे सिख भाई लालो जी का अज जन्मदिन है। तो सोचा थोड़ी जी विचार जिहड़ी है
ਉਹਨਾਂ ਦੇ ਜੀਵਨ ਦੀ ਜ਼ਰੂਰ ਕੀਤੀ ਜਾਏ। ਉਹਦਾ ਇੱਕ ਕਾਰਨ ਵੀ ਹੈ, ਕੁਝ ਕੁ ਸਿੱਖ ਨੇ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਜਿਨ੍ਹਾਂ ਦੇ ਬਾਰੇ ਗੁਰੂ ਸਾਹਿਬ ਨੇ ਕੁਝ ਲਿਖਿਆ, ਚਾਹੇ ਉਹ ਗੁਰੂ ਕੇ ਮਹਿਲ ਮਾਤਾ ਖੀਵੀ ਜੀ, ਉਹਨਾਂ ਦਾ ਨਾਮ ਵੀ ਮਾਤਾ ਖੀਵੀ ਸੁਖ ਸੋਏ ਜਨ ਕੋਈ ਉਠਾਲੀ, ਇਹ ਨਾਮ ਵੀ ਦਰਜ ਹੈ। ਕੁਝ ਸ਼ਹਿਰਾਂ ਦੇ ਨਾਮ ਵੀ ਦਰਜ ਨੇ ਗੁਰਬਾਣੀ ਦੇ ਅੰਦਰ। ਕੁਝ ਸਿੱਖਾਂ ਦੇ ਬਾਬਾ ਸੁੰਦਰ ਜੀ ਤੇ ਭਾਈ ਮਰਦਾਨਾ ਜੀ ਦਾ ਨਾਮ, ਇਸ ਤਰ੍ਹਾਂ ਭਾਈ ਲਾਲੋ ਜੀ ਦਾ ਨਾਮ ਜਿਹੜਾ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਅੱਜ ਉਹਨਾਂ ਦਾ ਜਨਮ ਦਿਨ ਹੈ, ਜਨਮ ਦਿਹਾੜਾ ਹੈ, ਤੇ ਥੋੜ੍ਹੀ ਜਿਹੀ ਵਿਚਾਰ ਉਹਨਾਂ ਦੇ ਜੀਵਨ ਦੀ ਜ਼ਰੂਰ ਕਰਾਂਗੇ। ਅਸਲ ਵਿੱਚ ਭਾਈ ਸਾਹਿਬ ਦਾ ਜਿਹੜਾ ਜਨਮ ਹੈ ਨਾ, ਉਹ 1452 ਈਸਵੀ, ਕਿਉਂਕਿ ਨਾ ਜ਼ਿਆਦਾ ਇਹਨਾਂ ਬਾਰੇ ਬਹੁਤ ਕੁਝ ਨਹੀਂ ਮਿਲਦਾ। ਇੰਨਾ ਹੈ ਕਿ ਇਹਨਾਂ ਦਾ ਜਨਮ ਜਿਹੜਾ ਹੈ ਉਹ 1452 ਈਸਵੀ ਨੂੰ ਸੈਦਪੁਰ, ਉਦੋਂ ਨਾਮ ਸੈਦਪੁਰ ਸੀ, ਅੱਜ ਦਾ ਇਹਦਾ ਨਾਮ ਜਿਹੜਾ ਹੈ ਨਾ ਉਹ ਏਮਨਾਬਾਦ ਹੈ। ਏਮਨਾਬਾਦ ਇਹ ਅੱਜ ਦਾ ਮੌਜੂਦਾ ਪਾਕਿਸਤਾਨ ਦੇ ਵਿੱਚ ਏਮਨਾਬਾਦ। ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਜਗਤ ਰਾਮ, ਰਾਮਗੜੀਏ ਸਨ। ਘਟੌੜਾ ਇਹਨਾਂ ਦੀ ਗੋਤ ਸੀ। ਹੱਥੀਂ ਕਿਰਤ ਕਰਨ ਵਾਲੇ ਸਨ। ਇਹ ਸਨ ਜਿਨ੍ਹਾਂ ਦੇ ਕੋਲ ਗੁਰੂ ਨਾਨਕ ਸਾਹਿਬ ਨੇ ਆ ਕੇ ਉਪਦੇਸ਼ ਦਿੱਤਾ ਸੀ ਨਾ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਅਸਲ ਵਿੱਚ ਭਾਈ ਲਾਲੋ ਇੱਕ ਬੰਦਗੀ ਕਰਨ ਵਾਲਾ ਸਿੱਖ ਸੀ, ਇਹ ਬੰਦਗੀ ਕਰਨ ਵਾਲੀ ਰੂਹ ਸੀ। ਜਦੋਂ ਗੁਰੂ ਨਾਨਕ ਸਾਹਿਬ ਮੇਰੇ ਪਾਤਸ਼ਾਹ ਪਹਿਲੀ ਉਦਾਸੀ ਤੇ ਗਏ ਨੇ ਨਾ, ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਨੇ, ਪਹਿਲੀ ਉਦਾਸੀ ਤੇ ਭਾਈ ਲਾਲੋ ਦੇ ਨਾਲ ਗੁਰੂ ਸਾਹਿਬ ਦਾ ਮੇਲ ਹੋਇਆ। ਇਹਦੇ ਘਰ ਪਾਤਸ਼ਾਹ ਜੀ ਗਏ ਨੇ। ਕੁਝ ਇਤਿਹਾਸਕਾਰਾਂ ਨੇ, ਭਾਈ ਵੀਰ ਸਿੰਘ ਜੀ ਨੇ ਬੜੇ ਕਮਾਲ ਦੇ ਤਰੀਕੇ ਨਾਲ ਲਿਖਿਆ, ਕਹਿੰਦੇ ਜਦੋਂ ਗੁਰੂ ਸਾਹਿਬ ਗਏ ਨਾ, ਦਰਵਾਜ਼ਾ ਖੜਕਾਇਆ, ਕਿੱਲਾ ਘੜ ਰਿਹਾ ਸੀ ਅੰਦਰ, ਆਵਾਜ਼ ਇਹਨੇ ਅੰਦਰੋਂ ਦਿੱਤੀ, ਕੌਣ ਹੈ? ਫਿਰ ਦਰਵਾਜ਼ਾ ਖੜਕਾਇਆ, ਫਿਰ ਇਹਨੇ ਆਵਾਜ਼ ਦਿੱਤੀ, ਕੌਣ? ਗੁਰੂ ਸਾਹਿਬ ਨੇ ਬੋਲ ਬੜੇ ਕਮਾਲ ਦੇ ਕਹੇ ਸਨ। ਆਖਿਆ ਸੀ, ਜਿਹਨੂੰ ਯਾਦ ਕਰਦਾ ਹੈ ਨਾ, ਜਿਹਨੂੰ ਆਵਾਜ਼ਾਂ ਮਾਰਦਾ ਹੈ, ਜਿਹਨੂੰ ਸਿਮਰਦਾ ਹੈ, ਕਹਿੰਦੀ ਉਹੀ ਆ ਸੀ। ਖੈਰ ਇਹਨੇ ਦੌੜ ਕੇ ਬੂਹਾ ਖੋਲਿਆ, ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗਿਆ। ਇਹ ਰੱਬੀ ਰੂਹਾਂ ਦਾ ਮੇਲ ਹੁੰਦਾ ਅਸਲ ਵਿੱਚ। ਇੱਥੇ ਪੁੱਛਣ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਤੁਹਾਡਾ ਨਾਂ ਕੀ ਹੈ, ਕੌਣ ਹੋ, ਕਿਸ ਤਰ੍ਹਾਂ ਆਏ ਹੋ, ਇਹ ਅਸਲੀਅਤ ਹੈ। ਖੈਰ ਮੇਰੇ ਪਾਤਸ਼ਾਹ ਇਹਦੇ ਘਰ ਰੁਕੇ। ਇਹਦੇ ਨਾਲ ਬਚਨ ਵਿਲਾਸ ਵੀ ਬੜੇ ਹੋਏ। ਮਲਕ ਭਾਗੋ ਵੀ ਇਸੇ ਨਗਰ ਦਾ ਹੀ ਸੀ। ਬੜੀ ਵਾਰ ਆਪ ਜੀ ਨੇ ਉਹ ਇਤਿਹਾਸ ਜਿਹੜਾ ਉਹ ਸੁਣਿਆ ਹੋਏਗਾ ਮਲਕ ਭਾਗੋ ਵਾਲਾ, ਕਿਉਂਕਿ ਇਹ ਵੀ ਗੁਰੂ ਦੀਆਂ ਰਹਿਮਤਾਂ ਹੀ ਨੇ ਕਿ ਮਲਿਕ ਭਾਗੋ ਨੇ ਵੀ ਉਸੇ ਦਿਨ ਹੀ ਭੋਜ ਰੱਖਿਆ ਜਿਸ ਦਿਨ ਗੁਰੂ ਨਾਨਕ ਸਾਹਿਬ ਗਏ ਨੇ। ਕਿੱਡੇ ਕਮਾਲ ਦੀ ਗੱਲ ਹੈ। ਹੁਣ ਕਿਸੇ ਘਰ ਅੰਦਰ ਚੁੱਲ੍ਹਾ ਨਹੀਂ ਬਲ ਰਿਹਾ, ਉਹਨੇ ਗੁਰੂ ਨਾਨਕ ਸਾਹਿਬ ਨੂੰ ਵੀ ਸੱਦਾ ਭੇਜਿਆ, ਮੇਰੇ ਪਾਤਸ਼ਾਹ ਨਹੀਂ ਗਏ। ਖੈਰ ਉਹਨੂੰ ਦੱਸਿਆ ਕਿ ਤੇਰੀ ਕਿਰਤ ਜਿਹੜੀ ਹੈ ਨਾ, ਤੇਰੀ ਕਿਰਤ ਉਹ ਸਾਨੂੰ ਤੇਰੇ ਘਰ ਨਹੀਂ ਆਉਣ ਦੇ ਰਹੀ। ਇਹ ਸਿਰਫ ਲਾਲੋ ਨੂੰ ਨਹੀਂ ਕਿਹਾ ਸੀ, ਇਹ ਸਾਨੂੰ ਵੀ ਕਿਹਾ ਸੀ। ਗੁਰੂ ਸਾਹਿਬ ਨੇ ਸਾਨੂੰ ਵੀ ਸਾਰਿਆਂ ਨੂੰ ਸਮਝਾਇਆ ਸੀ ਕਿ ਕਿਰਤ ਜਿਹੜੀ ਹੈ ਨਾ, ਕਿਰਤ ਦਸਾਂ ਨੂੰਹਾਂ ਦੀ ਕਿਰਤ, ਕਿਉਂ ਇਹ ਸ਼ਬਦ ਵਰਤੇ ਗਏ ਕਿ ਹੱਕ ਦੀ, ਸੱਚ ਦੀ ਜਿਹੜੀ ਕਿਰਤ ਹੈ ਨਾ, ਕਿਰਤ ਬਿਰਤ ਕਰ ਧਰਮ ਦੀ ਜਿਹੜੀ ਕਿਰਤ ਹੈ ਨਾ, ਉਹ ਦਸਾਂ ਨੂੰਹਾਂ ਦੀ ਕਿਰਤ ਮੰਨੀ ਗਈ ਅਸਲ ਵਿੱਚ। ਗੁਰੂ ਨਾਨਕ ਸਾਹਿਬ ਨੇ, ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਬਾਣੀ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਬੋਲ ਕਹੇ ਨੇ ਕਿ ਜਿਹੜੀ ਸ਼ਰਾਬ ਹੈ ਨਾ, ਜਿਹੜੀ ਮਦਰਾ ਜਿਹਨੂੰ ਕਹਿ ਦਿੰਦੇ ਆ, ਇਹ ਵਰਜਿਤ ਹੈ। ਤੇ ਹੁਣ ਜਿਨ੍ਹਾਂ ਘਰਾਂ ਦੇ ਅੰਦਰ ਸ਼ਰਾਬ ਹੈ ਤੇ ਮਨ ਦੇ ਅੰਦਰ ਇਹ ਸੋਚ ਕੇ ਬੈਠਣ ਕਿ ਕਿਤੇ ਗੁਰੂ ਸਾਡੇ ਘਰ ਵਿੱਚ ਵੀ ਆਏਗਾ, ਤੇ ਸ਼ਾਇਦ ਇਹ ਬੇਵਕੂਫੀ ਵਾਲੀ ਸੋਚ ਹੁੰਦੀ ਹੈ ਬਾਰੇ। ਲਾਲੋ ਦੇ ਘਰ ਜੇ ਨਹੀਂ ਗਏ, ਉਸ ਵਾਹਿਗੁਰੂ ਮਲਿਕ ਭਾਗੋ ਦੇ ਘਰ ਜੇ ਨਹੀਂ ਗਏ, ਉਸ ਇਨਸਾਨ ਦੇ ਘਰ ਜਿਹੜਾ ਗਰੀਬਾਂ ਦਾ ਲਹੂ ਚੂਸ ਰਿਹਾ ਸੀ, ਫਿਰ ਅਸੀਂ ਕਿਵੇਂ ਉਮੀਦ ਰੱਖ ਸਕਦੇ ਹਾਂ ਕਿ ਗੁਰੂ ਸਾਹਿਬ ਸਾਡੇ ਘਰ ਵੀ ਆਉਣਗੇ? ਇਹ ਸੱਚਾਈ ਹੈ। ਮਲਿਕ ਭਾਗੋ ਨੂੰ ਸਮਝਾਇਆ ਸੀ ਗੁਰੂ ਸਾਹਿਬ ਨੇ, ਉਹ ਮਲਿਕ ਭਾਗੋ ਨੂੰ ਵੀ, ਉਹ ਸਾਨੂੰ ਵੀ ਸਮਝਾਇਆ ਸੀ। ਇਹਦੇ ਲਈ ਉਦਾਹਰਨਾਂ ਬਾਣੀ ਵਿੱਚ ਵੀ ਬੜੀਆਂ ਨੇ। ਇੱਕ ਵਾਰ ਭਗਵਾਨ ਕ੍ਰਿਸ਼ਨ ਦੁਰਯੋਧਨ ਵੱਲ ਜਾ ਰਹੇ ਨੇ, ਪਰ ਰਸਤੇ ਵਿੱਚ ਬਿਦਰ ਦੀ ਝੌਂਪੜੀ ਵਿੱਚ ਰੁਕ ਗਏ। ਉਦੋਂ ਆਖਿਆ ਸੀ, ਉਹਨੇ ਪੁੱਛਿਆ ਕਾਰਨ, ਤੇ ਇਹ ਜਵਾਬ ਦਿੱਤਾ ਸੀ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ ਗਰੀਬ ਮੋਇ ਪਾਵੇ। ਅਸਲੀਅਤ ਹੈ ਕਿ ਗੁਰੂ ਪ੍ਰੇਮ ਦੇਖਦਾ ਹੈ। ਗੁਰੂ ਇਹ ਕਦੇ ਨਹੀਂ ਦੇਖਦਾ ਕਿ ਤੁਹਾਡੇ ਘਰ ਧਨ ਦੌਲਤ ਕਿੰਨੀ ਹੈ, ਤੁਹਾਡੇ ਘਰ ਦੇ ਅੰਦਰ ਕੀ ਕੁਝ ਐਸ਼ੋ ਆਰਾਮ ਦੇ ਸਾਧਨ ਕਿੰਨੇ ਆ। ਉਹ ਮਲਿਕ ਭਾਗੋ ਨੂੰ ਛੱਡ ਕੇ ਲਾਲੋ ਦੇ ਘਰ ਸੁੱਕੀ ਕੋਧਰੇ ਦੀ ਰੋਟੀ ਖਾਣ ਵਾਸਤੇ ਵੀ ਤਿਆਰ ਹੈ, ਪਰ ਅੰਦਰ ਸਿੱਖ ਦੇ ਅੰਦਰ ਪ੍ਰੇਮ ਹੋਣਾ ਚਾਹੀਦਾ ਹੈ। ਉਹ ਲਾਲੋ ਦੇ ਘਰ ਮਲਿਕ ਭਾਗੋ ਦੇ ਮਹਿਲਾਂ ਨੂੰ, ਉਹਦੇ ਮਖਮਲੀ ਬਿਸਤਰਿਆਂ ਨੂੰ ਛੱਡ ਕੇ
ਤੇ ਲਾਲੋ ਦੇ ਘਰ ਇੱਕ ਮੰਜੀ ਤੇ ਸੌਣ ਦੇ ਵਾਸਤੇ ਵੀ ਤਿਆਰ ਹੈ, ਕਿਉਂਕਿ ਉਹ ਮੰਜੀ ਨਹੀਂ ਦੇਖ ਰਿਹਾ, ਉਹ ਕੋਧਰੇ ਦੀ ਸੁੱਕੀ ਰੋਟੀ ਨਹੀਂ ਦੇਖ ਰਿਹਾ, ਉਹ ਗੁਰੂ ਜਿਹੜਾ ਇਹਨੂੰ ਸਿੱਖ ਦੇ ਅੰਦਰਲਾ ਪ੍ਰੇਮ ਵੇਖ ਰਿਹਾ। ਖੈਰ ਬੜੇ ਬਚਨ ਬਿਲਾਸ ਭਾਈ ਲਾਲੋ ਨਾਲ ਹੋਏ ਸਨ, ਤੇ ਇਹ ਮੈਂ ਤਾਂ ਖਾਸ ਕਰਕੇ ਬੇਨਤੀ ਕਰਨ ਜਾ ਰਿਹਾ ਕਿ ਭਾਈ ਲਾਲੋ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਤਿਲੰਗ ਰਾਗ ਵਿੱਚ ਸ਼ਬਦ ਉਚਾਰਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ। ਤਿਲੰਗ ਮਹੱਲਾ ਪਹਿਲਾ। 7 ਪੰਕਤੀਆਂ ਜਿਹੜੀਆਂ ਨੇ ਨਾ, ਇਸ ਸ਼ਬਦ ਦੀਆਂ ਲਾਲੋ ਨੂੰ ਸੰਬੋਧਨ ਕਰਕੇ ਵੇ ਲਾਲੋ ਸ਼ਬਦ ਕਿਹਾ। ਵੇ ਲਾਲੋ ਸੁਣ ਧਿਆਨ ਨਾਲ, ਤੈਨੂੰ ਦੱਸਦੇ ਹਾਂ। ਤੇ ਬੜੇ ਕਮਾਲ ਦੇ ਬਚਨ ਕਹੇ ਸਨ ਕਿ ਜੈਸੀ, ਇੱਥੇ ਇੱਕ ਹੋਰ ਵੀ ਗੁਰੂ ਸਾਹਿਬ ਨੇ ਇੱਕ ਤਰੀਕਾ ਜਾਂ ਕਹਿ ਲਈਏ ਕਿ ਇੱਕ ਐਗਜ਼ਾਮਪਲ ਦੇ ਦਿੱਤੀ ਕਿ ਬਾਣੀ ਆਉਂਦੀ ਕਿੱਥੋਂ ਹੈ, ਕਿੱਥੋਂ ਆ ਰਹੀ ਹੈ ਬਾਣੀ, ਜਿਹੜੀ ਧੁਰ ਕੀ ਬਾਣੀ ਜਿਹਨੂੰ ਕਿਹਾ ਨਾ, ਉਹਦੇ ਲਈ ਸ਼ਬਦ ਵਰਤੇ ਸਨ। ਲਾਲੋ ਸੁਣ ਜੈਸੀ ਮੈਂ ਆਵੈ ਖਸਮ ਕੀ ਬਾਣੀ। ਸੁਣ ਲਾਲੋ, ਜਿਵੇਂ ਮੈਨੂੰ ਖਸਮ ਦੀ ਬਾਣੀ ਆ ਰਹੀ ਹੈ ਨਾ, ਜੋ ਖਸਮ ਮੈਨੂੰ ਮਾਲਕ ਵਾਹਿਗੁਰੂ ਪਰਮਾਤਮਾ ਧੁਰੋਂ ਹੁਕਮ ਕਰ ਰਿਹਾ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸ਼ਰਮ ਧਰਮ ਦੋਇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਾਜ਼ੀਆਂ ਬਾਹਮਣਾ ਕੀ ਗਲ ਥੱਕੀ, ਅਗਤ ਪੜੇ ਸ਼ੈਤਾਨ ਵੇ ਲਾਲੋ। ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਜਾਤ ਸਨਾਤੀ ਹੋਰ ਹਿਦਵਾਨੀਆਂ, ਇਹ ਵੀ ਲੇਖੈ ਲਾਏ ਵੇ ਲਾਲੋ। ਖੂਨ ਕੇ ਸੋਹਿਲੇ ਗਾਵੀਐ ਨਾਨਕ, ਰਤ ਕਾ ਕੁੰਭੂ ਪਾਏ ਵੇ ਲਾਲੋ। 7 ਪਹਿਲੀਆਂ ਪੰਕਤੀਆਂ ਇੱਥੇ ਏਕਾ ਕਰਕੇ ਇਸ ਦੀ ਸਮਾਪਤੀ ਵੀ ਦੱਸੀ ਗਈ ਹੈ। ਇਹਨੂੰ ਬਾਬਰ ਬਾਣੀ ਵੀ ਕਈ ਇਤਿਹਾਸਕਾਰਾਂ ਨੇ ਆਖਿਆ। 7 ਪਹਿਲੀਆਂ ਪੰਕਤੀਆਂ ਵਿੱਚ 7 ਵਾਰ ਭਾਈ ਲਾਲੋ ਦਾ ਨਾਮ ਗੁਰੂ ਸਾਹਿਬ ਨੇ ਲਿਆ। ਤੇ ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਧਿਆਨ ਨਾਲ ਇਸ ਗੱਲ ਨੂੰ ਸੁਣਿਓ। ਇਸ ਸ਼ਬਦ ਦੀਆਂ ਅਖੀਰਲੀਆਂ ਜਿਹੜੀਆਂ ਪੰਕਤੀਆਂ ਨੇ ਨਾ, ਉਹ ਹੈ ਕਿ ਸੱਚ ਕੀ ਬਾਣੀ ਨਾਨਕ ਆਖੈ। ਲਾਲੋ ਇੱਕ ਗੱਲ ਸੁਣ ਲਾ, ਸੱਚੇ ਪ੍ਰਮਾਤਮਾ ਦੀ ਸੱਚੀ ਬਾਣੀ ਨਾਨਕ ਕਹਿ ਰਿਹਾ ਹੈ। ਸੱਚੇ ਬੋਲ ਜਿਹੜੇ ਪ੍ਰਮਾਤਮਾ ਦੇ ਨੇ ਉਹ ਨਾਨਕ ਕਹਿ ਰਿਹਾ ਹੈ। ਤੇ ਸੱਚ ਸੁਣਾਈ ਸੀ ਸੱਚ ਕੀ ਬੇਲਾ, ਉਹ ਕੀ ਸੁਣਾ ਰਹੇ ਨੇ। ਪਹਿਲੀ ਪੰਕਤੀ ਵਿੱਚ ਆਖਿਆ ਸੀ, ਵੇਖੋ ਮੇਰੀ ਇੱਕ ਗੱਲ ਧਿਆਨ ਨਾਲ ਪਲੀਜ਼ ਜਰਾ ਸੁਣਿਓ ਇੱਥੇ, ਕਿ ਉਹਨਾਂ ਨੇ ਵੀ ਖਾਸ ਕਰਕੇ ਆ ਕਿ ਜਿਹੜੇ ਕਹਿੰਦੇ ਆ ਨਾ ਕਿ ਕਰਾਮਾਤ ਨਹੀਂ ਹੁੰਦੀ, ਇਹ ਉਹਨਾਂ ਲਈ ਵੀ ਇਹ ਜਿਹੜੇ ਕਹਿੰਦੇ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਕੋਈ ਵੀ ਕਰਾਮਾਤ ਨਹੀਂ ਕੀਤੀ। ਮੈਂ ਬੜਾ ਹੈਰਾਨ ਹੁੰਦਾ, ਉਹ ਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ, ਇਸ ਸ਼ਬਦ ਨੂੰ ਵੀ ਪਿੱਛੇ ਛੱਡ ਜਾਂਦੇ ਨੇ। ਪਤਾ ਕਿਉਂ? ਇੱਥੇ ਭਵਿੱਖ ਦੇ ਬੋਲ ਨੇ, ਫਿਊਚਰ ਦੇ, ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਹੈ ਨਾ, ਉਹਦੇ ਬਾਰੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਕੀ ਹੋਏਗਾ। ਆਵਨ 78 ਜਾਨ 97 ਹੋਰ ਵੀ, ਉੱਠ ਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਈ ਸੀ ਸੱਚ ਕੀ ਵੇਲਾ। ਭਵਿੱਖ ਦੇ ਬੋਲ ਦੱਸ ਰਹੇ ਨੇ ਕੀ ਹੋਏਗਾ। ਇਹ ਵੀ ਦੱਸਿਆ, ਕਾਇਆ ਕੱਪੜ ਟੁੱਕ ਟੁੱਕ ਹੋਸੀ ਹੋਏਗਾ, ਅਜੇ ਹੋਏਗਾ। ਲਾਲੋ ਸੋਹਣੇ ਇੱਥੇ ਕੁਝ ਹੋਣਾ ਹੈ। ਕਾਇਆ ਤਨ ਤੇ ਕੱਪੜ ਟੁੱਕ, ਕਾਇਆ ਰੂਪੀ ਕੱਪੜੇ ਦੇ ਟੋਟੇ ਟੋਟੇ ਕੀਤੇ ਜਾਣਗੇ। ਇੱਥੇ ਲਾਸ਼ਾਂ ਵਿਛੀਆਂ ਹੋਣਗੀਆਂ, ਹੋਸੀ ਹੋਣਗੀਆਂ। ਹਿੰਦੁਸਤਾਨ ਸੰਭਾਲਸੀ ਬੋਲਾ। ਤੇ ਇੱਕ ਮੈਂ ਇਹ ਬੇਨਤੀ ਹੋਰ ਨਾਲ ਕਰਾਂ, ਜ਼ਰੂਰੀ ਬੜੀ ਹੈ। ਜਿਹੜੇ ਲੋਕ ਰੌਲਾ ਪਾਉਂਦੇ ਨੇ ਨਾ, ਇਸ ਦੇਸ਼ ਦਾ ਨਾਂ ਹਿੰਦੁਸਤਾਨ ਨਹੀਂ ਹੈ, ਅਸੀਂ ਇਹ ਗੱਲ ਨਹੀਂ ਕਹਿ ਸਕਦੇ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਦੇਸ਼ ਦਾ ਨਾਂ ਹਿੰਦੁਸਤਾਨ ਲਿਖਿਆ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ। ਇੱਕ ਪੰਕਤੀ ਇੱਥੇ ਆ ਗਈ, ਕਾਇਆ ਕੱਪੜ ਟੁੱਕ ਟੁੱਕ ਹੋਸੀ, ਹਿੰਦੁਸਤਾਨ ਸੰਭਾਲਸੀ ਬੋਲਾ। ਤੇ ਇਹ ਪਹਿਲੀ ਲਿਖਤ ਹੈ, ਕਿਤੇ ਵੀ ਲਿਖਤੀ ਰੂਪ ਵਿੱਚ ਇੱਥੇ ਇਸ ਦੇਸ਼ ਨੂੰ ਹਿੰਦੁਸਤਾਨ ਕਿਹਾ ਗਿਆ। ਕਿਸ ਵਾਸਤੇ ਕਿਹਾ ਗਿਆ, ਇੱਕ ਵੱਖਰਾ ਵਿਸ਼ਾ ਹੈ। ਖੈਰ ਇਹ ਸ਼ਬਦ ਇੱਥੇ ਵਰਤਿਆ ਤੇ ਹਿੰਦੁਸਤਾਨ ਸੰਭਾਲਸੀ ਬੋਲਾ। ਫਿਰ ਦੱਸਿਆ ਆਵਨ 78, ਉਸ ਵੇਲੇ ਮੁਹੰਮਦ ਗੌਰੀ ਆਏਗਾ, ਉਸ ਸੰਮਤ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ। ਲਾਲੋ ਨੂੰ ਸੰਬੋਧਨ ਕੀਤਾ ਗੁਰੂ ਸਾਹਿਬ ਨੇ 7 ਵਾਰ। 7 ਵਾਰ ਉਹਦਾ ਨਾਂ ਹੈ। ਤੇ ਕਿੰਨਾ ਵੱਡਿਆਂ ਭਾਗਾਂ ਵਾਲਾ ਲਾਲੋ ਹੈ ਉਹ ਭਾਈ ਲਾਲੋ ਜੀ, ਜਿਨ੍ਹਾਂ ਨੂੰ ਇੰਨਾ ਉੱਚਾ ਰੁਤਬਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ। ਉਹ ਸਿੱਖ ਬਣਿਆ ਗੁਰੂ ਨਾਨਕ ਸਾਹਿਬ ਜੀ ਦਾ। ਸਿੱਖੀ ਉਹਨੇ ਧਾਰਨ ਕੀਤੀ, ਉਹ ਪ੍ਰਚਾਰਕ ਵੀ ਬਣਿਆ। ਪ੍ਰਚਾਰਕ ਥਾਪ ਕੇ ਗਏ ਗੁਰੂ ਨਾਨਕ ਸਾਹਿਬ ਮੇਰੇ ਪਾਤਸ਼ਾਹ। ਉਹਨੇ ਪ੍ਰਚਾਰ ਵੀ ਸਿੱਖੀ ਦਾ ਕੀਤਾ, ਗੁਰੂ ਨਾਲ ਜੋੜਿਆ ਸਿੱਖਾਂ ਨੂੰ। ਲਾਲੋ ਜੀ ਦਾ ਜੀਵਨ ਬੜਾ ਲੰਮੇਰਾ ਹੈ, ਇੱਕ ਵਿਸ਼ਾ ਵੱਖਰਾ ਵੀ ਬਣ ਸਕਦਾ ਹੈ, ਪਰ ਸਮਾਂ ਇਜਾਜ਼ਤ ਜਿਹੜਾ ਉਹ ਨਹੀਂ ਦੇ ਰਿਹਾ। ਸੋ ਇੰਨੀਆਂ ਕੁ ਬੇਨਤੀਆਂ, ਕਿਉਂਕਿ ਮੇਰੇ ਬੈਠੇ ਬੈਠੇ ਮੈਨੂੰ ਹੁਣੇ ਇੱਕਦਮ ਯਾਦ ਆਇਆ ਕਿ ਅੱਜ ਭਾਈ ਲਾਲੋ ਜੀ ਦਾ
ਜਨਮ ਦਿਹਾੜਾ ਹੈ ਤੇ ਮੈਂ ਲਖਬੀਰ ਸਿੰਘ ਵੀਰ ਜੀ ਨੂੰ ਰਿਕੁਐਸਟ ਕੀਤੀ ਕਿ ਮੈਨੂੰ 10 ਮਿੰਟ ਜ਼ਰੂਰ ਦਿਓ ਤੁਸੀਂ ਅੱਜ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਤੇ ਆਪ ਜੀ ਦੇ ਮਾਈਕ ਜਿਹੜੇ ਆ ਉਹ ਆਨ ਹੋਣ ਜਾ ਰਹੇ ਆ। ਕਿਸੇ ਦਾ ਕੋਈ ਸਵਾਲ ਹੈ ਤੇ ਆਪ ਜੀ ਉਹ ਮਾਈਕ ਆਨ ਕਰਕੇ ਆਪ ਜੀ ਪੁੱਛ ਸਕਦੇ ਹੋ। ਹਾਂਜੀ, ਮਾਈਕ ਆਨ ਹੋ ਗਿਆ ਜੀ। ਕਿਸੇ ਦਾ ਕੋਈ ਸਵਾਲ ਹੈ ਤੇ ਆਪ ਜੀ ਪੁੱਛ ਸਕਦੇ ਹੋ ਜੀ। ਵਾਹਿਗੁਰੂ, ਠੀਕ ਹੈ ਜੀ। ਗੁਰੂ ਸਾਹਿਬ ਰਹਿਮਤ ਕਰਨ। ਸਵੇਰੇ ਸ਼ਬਦ ਗੁਰਬਾਣੀ ਕਿਹੜੇ ਗੁਰੂ ਸਾਹਿਬਾਨਾਂ ਦੀ, ਕਿੰਨੇ ਭਗਤਾਂ ਦੀ, ਉਹਨਾਂ ਦਾ ਜੀਵਨ ਭਾਈ ਸਾਹਿਬ ਆਪ ਨੂੰ ਸ਼ਰਵਣ ਕਰਾ ਰਹੇ ਨੇ। ਸ਼ਾਮ ਨੂੰ ਸੁਖਮਨੀ ਸਾਹਿਬ ਦੀ ਸੰਥਿਆ ਹੱਥਾਂ ਸਮੇਤ ਵੱਧ ਤੋਂ ਵੱਧ ਜੁੜਿਆ ਕਰੋ। ਇਹੀ ਲਾਹਾ ਹੈ, ਇਹੀ ਹੀ ਲਾਭ ਹੈ। ਬਾਕੀ ਸਮਾਂ ਤੇ ਅਸੀਂ ਟੀਵੀ ਅੱਗੇ ਬੈਠ ਕੇ ਜਾਂ ਹੋਰ ਗੱਲਾਂ ਬਾਤਾਂ ਕਰਦੇ ਗੁਜ਼ਾਰਦੇ ਹਾਂ। ਇਸ ਸਮਾਂ ਭਲਾਏ ਜੁੜਿਆ ਕਰੋ ਵੱਧ ਤੋਂ ਵੱਧ, ਦੂਜਿਆਂ ਨੂੰ ਵੀ ਪ੍ਰੇਰੋ, ਨਾਲ ਵੀ ਕਿਸੇ ਨੂੰ ਜੋੜਿਆ ਕਰੋ ਜ਼ਰੂਰ। ਸੋ ਇਹਦੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।